ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਕੈਨੇਡਾ ਵਿੱਚ ਘਰ ਖਰੀਦਣ ਲਈ ਪ੍ਰਵਾਸੀਆਂ ਦੇ ਉੱਤੇ ਲੱਗੇ ਬੈਨ ਦੇ ਬਾਰੇ ਦੱਸਾਂਗੇ। ਇਮੀਗ੍ਰੇਸ਼ਨ ਬੈਕਲੌਗ ਤੇ ਸਿਸਟਮ ਨੂੰ ਲੀਹ ਤੇ ਲਿਆਉਣ ਲਈ ਕੀ ਚੁੱਕਣ ਜਾ ਰਹੀ ਹੈ ਕੈਨੇਡਾ ਸਰਕਾਰ ਕਦਮ, ਇਸ ਦੇ ਬਾਰੇ ਵੀ ਖਬਰਾਂ ਵਿੱਚ ਦੱਸਾਂਗੇ। ਬਰੈਂਪਟਨ ਵਿੱਚ ਘਰ ਨੂੰ ਅੱਗ ਲੱਗਣ ਕਰਕੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਦਮ ਤੋੜਿਆ ਸੀ ਤੇ ਹੁਣ ਇੱਕ 6ਵੇਂ ਮੈਂਬਰ ਦੀ ਵੀ ਮੌਤ। ਕੈਲਗਰੀ ਵਿੱਚ ਇੱਕ ਭਿਆਨਕ ਸੜਕ ਹਾਦਸਾ, ਕਰੀਬ 20 ਸਾਲ ਦੀ ਉਮਰ ਦੇ ਨੌਜਵਾਨ ਨੇ ਦਮ ਤੋੜਿਆ। ਕੈਨੇਡਾ ਭਰ ਵਿੱਚ ਸਾਹਮਣੇ ਆ ਰਹੇ ਨੇ ਬਜ਼ੁਰਗਾਂ ਨਾਲ ਸਕੈਮ ਹੋਣ ਦੇ ਮਾਮਲੇ। ਦੱਸਾਂਗੇ ਕਿਸ ਤਰ੍ਹਾਂ ਤੁਸੀਂ ਬਜ਼ੁਰਗਾਂ ਨੂੰ ਕਰ ਸਕਦੇ ਹੋ ਸਾਵਧਾਨ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਲਿਬਰਲ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ, ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੋ ਇਮੀਗ੍ਰੇਸ਼ਨ ਤੇ ਨਾਲ ਹੀ ਹਾਊਸਿੰਗ ਨੂੰ ਲੈ ਕੇ ਐਲਾਨ ਕੀਤੇ ਗਏ ਨੇ, ਜੋ ਕਿ ਪ੍ਰਵਾਸੀਆਂ ਦੇ ਨਾਲ ਵੀ ਸੰਬੰਧ ਰੱਖਦੇ ਨੇ, ਉਸ ਦੇ ਬਾਰੇ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਜੋ ਬਜਟ ਦੇ ਵਿੱਚ ਮੁੱਖ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਅਫੋਰਡੇਬਿਲਿਟੀ ਦੇ ਵਾਸਤੇ ਖਰਚ ਕੀਤਾ ਜਾਵੇਗਾ। ਉਸ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਜੋ ਕਿ ਵਿੱਤ ਮੰਤਰੀ ਵੀ ਨੇ ਤੇ ਨਾਲ ਹੀ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ, ਹਾਊਸਿੰਗ ਦੇ ਵਿੱਚ ਅਫੋਰਡੇਬਿਲਿਟੀ ਨੂੰ ਲੈ ਕੇ $10 ਬਿਲੀਅਨ ਤੱਕ ਦਾ ਖਰਚ ਕੀਤਾ ਜਾਵੇਗਾ, ਨਿਵੇਸ਼ ਕੀਤਾ ਜਾਵੇਗਾ, ਜਿਸ ਦਾ ਜ਼ਿਕਰ ਕੀਤਾ ਗਿਆ। ਤੇ ਖਾਸ ਤੌਰ ਦੇ ਉੱਤੇ ਜੋ ਇਹ ਐਲਾਨ ਕੀਤਾ ਗਿਆ ਕਿ 2 ਸਾਲ ਦੇ ਵਾਸਤੇ ਹੀ ਬੈਨ ਲਾਇਆ ਜਾਵੇਗਾ ਕਿ ਜੋ ਬਾਹਰਲੇ ਮੁਲਕਾਂ ਤੋਂ ਆ ਕੇ ਕੈਨੇਡਾ ਵਿੱਚ ਘਰ ਖਰੀਦਦੇ ਸਨ ਉਹ ਨਹੀਂ ਖਰੀਦ ਸਕਣਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਉਹਨਾਂ ਵਾਸਤੇ ਨਹੀਂ ਹੈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਾਂ ਵਰਕ ਪਰਮਿਟ ਦੇ ਉੱਤੇ ਨੇ ਜਾਂ PR ਨੇ ਜਾਂ ਜਿਹੜੇ ਇਹ ਪ੍ਰਵਾਸੀ ਸਟੇਟਸ ਦੇ ਉੱਤੇ ਨੇ, ਕੈਨੇਡਾ ਵਿੱਚ ਕੰਮ ਕਰਦੇ ਨੇ ਤੇ ਬਾਹਰਲੇ ਮੁਲਕਾਂ ਤੋਂ ਆਉਂਦੇ ਨੇ, ਉਹਨਾਂ ਵਾਸਤੇ ਇਹ ਨਹੀਂ ਹੈ। ਉਹ ਆਪਣੇ ਰਹਿਣ ਦੇ ਵਾਸਤੇ ਥਾਂ ਖਰੀਦ ਸਕਦੇ ਨੇ, ਘਰ ਖਰੀਦ ਸਕਦੇ ਨੇ। ਪਰ ਹੋਰ ਪ੍ਰਵਾਸੀ ਬਾਹਰਲੇ ਮੁਲਕਾਂ ਤੋਂ ਆ ਕੇ ਕੈਨੇਡਾ ਦੇ ਵਿੱਚ ਪ੍ਰਾਪਰਟੀਜ਼ ਦੇ ਵਿੱਚ ਆਪਣਾ ਜੋ ਪੈਸਾ ਲਗਾਉਂਦੇ ਸਨ, ਉਸ ਦੇ ਵਾਸਤੇ ਅਗਲੇ 2 ਸਾਲ ਦੇ ਲਈ ਇਜਾਜ਼ਤ ਨਹੀਂ ਹੋਵੇਗੀ। ਇੱਕ ਪਾਸੇ ਤਾਂ ਐਲਾਨ ਕੀਤਾ ਗਿਆ ਤਾਂ ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਅਫੋਰਡੇਬਿਲਿਟੀ ਦੇ ਉੱਤੇ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ, ਕਿਉਂਕਿ ਜੇਕਰ ਸਾਲ 2020 ਦੇ ਅੰਕੜੇ ਦੇਖੇ ਜਾਣ ਜਿਨ੍ਹਾਂ ਦੇ ਵੱਲੋਂ ਘਰ ਖਰੀਦੇ ਗਏ ਕੈਨੇਡਾ ਦੇ ਵਿੱਚ, ਉਸ ਦੇ ਵਿੱਚ ਪ੍ਰਵਾਸੀ ਖਰੀਦਦਾਰ ਸਿਰਫ 1% ਹੀ ਸਨ ਜਿਨ੍ਹਾਂ ਦੇ ਉੱਤੇ ਇਸ ਸਮੇਂ ਬੈਨ ਲੱਗ ਗਿਆ ਕਿ 2 ਸਾਲ ਤੱਕ ਉਹ ਕੈਨੇਡਾ ਵਿੱਚ ਘਰ ਖਰੀਦ ਨਹੀਂ ਸਕਣਗੇ। ਪਰ ਇਸ ਦੇ ਵਿੱਚ ਜਿਵੇਂ ਕਿ ਕਈ ਸ਼ਰਤਾਂ ਨੇ, ਇਸ ਤਰ੍ਹਾਂ ਨੇ ਗੈਰ ਕਾਨੂੰਨੀ ਹੋਵੇਗਾ ਕਿ ਜੇਕਰ ਕੋਈ ਪ੍ਰਵਾਸੀ ਕੈਨੇਡਾ ਵਿੱਚ ਘਰ ਖਰੀਦਦਾ ਏ ਤਾਂ ਅਜਿਹਾ ਵੀ ਹੈ ਕਿ ਕਈ ਸ਼ਰਤਾਂ ਤੋਂ ਹਟ ਕੇ ਵੀ ਕਈ ਹੋਰ ਰਸਤੇ ਵੀ ਲੱਭੇ ਜਾ ਸਕਦੇ ਆ ਜਿਨ੍ਹਾਂ ਨੇ ਖਰੀਦਣਾ ਹੀ ਹੈ। ਅਜਿਹਾ ਵੀ ਮਾਹਰਾਂ ਦੇ ਵੱਲੋਂ ਇਸ ਸਮੇਂ ਕਿਹਾ ਜਾ ਰਿਹਾ ਹੈ, ਕਿਉਂਕਿ ਜੇਕਰ ਸਾਲ 2015 ਤੇ 16 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਉਦੋਂ ਇੰਨੀ ਵੱਡੀ ਗਿਣਤੀ ਵਿੱਚ ਜਿਹੜੀ ਗਿਣਤੀ ਸਾਹਮਣੇ ਆਉਂਦੀ ਸੀ ਕਿ ਕੈਨੇਡਾ ਵਿੱਚ ਘਰ ਖਰੀਦਣ ਵਾਲਿਆਂ ਦੇ ਵਿੱਚ 9% ਤੱਕ ਪ੍ਰਵਾਸੀ ਸਨ। ਪਰ ਜੋ ਸਾਲ 2020 ਦੇ ਵਿੱਚ 1% ਹੀ ਪ੍ਰਵਾਸੀ ਪਾਏ ਗਏ ਤਾਂ ਉਸ ਤੋਂ ਬਾਅਦ ਇਸ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਦਾ ਜ਼ਿਆਦਾ ਅਸਰ ਨਹੀਂ ਪਵੇਗਾ, ਪਰ ਅੱਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਦੇ ਨਾਲ ਕੀ ਪ੍ਰਭਾਵ ਪੈਂਦਾ ਹੈ। ਤੇ ਇਸ ਨਾਲ ਹੀ ਅਫੋਰਡੇਬਿਲਿਟੀ ਨੂੰ ਲੈ ਕੇ ਜਿਵੇਂ ਐਲਾਨ ਕੀਤਾ ਗਿਆ ਤਾਂ ਉਸ ਦੇ ਨਾਲ ਜਿਹੜੇ ਕੈਨੇਡਾ ਵਿੱਚ ਵਸਨੀਕ ਨੇ ਉਹ ਆਪਣੇ ਰਹਿਣ ਬਸੇਰੇ ਕਿਸ ਤਰ੍ਹਾਂ ਅੱਗੇ ਬਣਾ ਸਕਦੇ ਨੇ, ਖਰੀਦ ਸਕਦੇ ਨੇ, ਕਿ ਉਹਨਾਂ ਲਈ ਸੁਖਾਲਾ ਹੋ ਸਕੇ, ਉਸ ਦੇ ਵਾਸਤੇ ਕਿਸ ਤਰ੍ਹਾਂ ਕੰਮ ਹੁੰਦਾ ਇਹ ਦੇਖਣਾ ਹੋਵੇਗਾ। ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਜੋ ਇਮੀਗ੍ਰੇਸ਼ਨ ਦੇ ਵਾਸਤੇ ਬਜਟ ਦਾ ਖਾਸ ਐਲਾਨ ਕੀਤਾ ਗਿਆ ਕਿ ਜੋ ਬੈਕਲੌਗ ਦੇ ਨਾਲ ਹੀ ਇਮੀਗ੍ਰੇਸ਼ਨ ਸਿਸਟਮ ਪ੍ਰਭਾਵਿਤ ਹੋਇਆ ਜੋ ਕੋਵਿਡ-19 ਦੀ ਮਹਾਮਾਰੀ ਦੇ ਦੌਰਾਨ, ਉਸ ਨੂੰ ਮੁੜ ਤੋਂ ਲੀਹ ਦੇ ਉੱਤੇ ਲਿਆਉਣ ਦੇ ਵਾਸਤੇ $2 ਬਿਲੀਅਨ ਤੱਕ ਦਾ ਨਿਵੇਸ਼ ਕੀਤਾ ਜਾਵੇਗਾ, ਜੋ ਕਿ ਅਗਲੇ 5 ਸਾਲ ਦੇ ਸਮੇਂ ਵਿੱਚ ਨਿਵੇਸ਼ ਕੀਤਾ ਜਾਵੇਗਾ ਤਾਂ ਕਿ ਇਮੀਗ੍ਰੇਸ਼ਨ ਦੇ ਕੰਮ ਜੋ ਲੰਮੇ ਚਿਰ ਤੋਂ ਅਜਿਹੇ ਪਏ ਨੇ ਕਿ ਬੈਕਲੌਗ ਇੰਨਾ ਜ਼ਿਆਦਾ ਇਕੱਠਾ ਹੋ ਗਿਆ, ਉਸ ਦੇ ਉੱਤੇ ਕੰਮ ਕੀਤਾ ਜਾ ਸਕੇ, ਛੇਤੀ ਨਾਲ ਫਾਈਲਾਂ ਦੀ ਪ੍ਰਕਿਰਿਆ ਮੁੜ ਤੋਂ ਚੱਲ ਸਕੇ ਜਿਵੇਂ ਕਿ ਪਹਿਲਾਂ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਕੰਮ ਕਰਦਾ ਸੀ ਮਹਾਮਾਰੀ ਤੋਂ। ਤਾਂ ਇਸ ਸਮੇਂ ਵੀ ਕੁਝ ਇਸੇ ਤਰ੍ਹਾਂ ਲੀਹ ਦੇ ਉੱਤੇ ਕੰਮ ਆ ਸਕੇ, ਉਸ ਦੇ ਵਾਸਤੇ ਇਹ ਨਿਵੇਸ਼ ਕੀਤਾ ਜਾਵੇਗਾ, ਜਿਸ ਦੇ ਵਿੱਚ ਵੱਖੋ ਵੱਖਰੇ ਕਦਮ ਅੱਗੇ ਚੁੱਕੇ ਜਾਣਗੇ ਤੇ ਇਹ ਨਿਵੇਸ਼ ਅੱਗੇ ਕਿਸ ਤਰ੍ਹਾਂ ਕਿਹੜੇ ਕੰਮਾਂ ਦੇ ਉੱਤੇ ਹੋਵੇਗਾ ਕਿ ਇਸ ਦੇ ਵਿੱਚ ਤਬਦੀਲੀ ਲਿਆਈ ਜਾ ਸਕੇ ਕਿ ਇਮੀਗ੍ਰੇਸ਼ਨ ਦਾ ਕੰਮ ਮੁੜ ਤੋਂ ਲੀਹ ਦੇ ਉੱਤੇ ਆ ਸਕੇ। ਕਿ ਕਈਆਂ ਨੂੰ ਜਿਵੇਂ ਕਈ ਸਾਲ ਤੋਂ ਕੋਈ ਜਵਾਬ ਨਹੀਂ ਆ ਰਹੇ, ਫਾਈਲਾਂ ਲੱਗੀਆਂ ਹੋਈਆਂ ਨੇ, ਤੇ ਇਸ ਦੇ ਨਾਲ ਹੀ ਹੋਰ ਇਮੀਗ੍ਰੇਸ਼ਨ ਦੇ ਸਿਸਟਮ ਦੇ ਵਿੱਚ ਸੁਧਾਰ ਕੀਤੇ ਜਾਣ ਦੇ ਲਈ ਜੋ ਅੱਗੇ ਵਿਸਥਾਰ ਦੇ ਵਿੱਚ ਸਮੇਂ ਦੇ ਉੱਤੇ ਜਾਣਕਾਰੀ ਦਿੱਤੀ ਜਾਵੇਗੀ, ਕਿਉਂਕਿ ਅਗਲੇ 5 ਸਾਲ ਦੇ ਵਾਸਤੇ ਇਹ ਪਲਾਨ ਹੈ। ਅਗਲੀ ਜਾਣਕਾਰੀ ਤੁਹਾਡੇ ਨਾਲ ਹੁਣ ਅਸੀਂ ਸਾਂਝੀ ਕਰਾਂਗੇ, ਜੋ ਕਿ ਬਰੈਂਪਟਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ। ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੀ ਗਈ ਸੀ ਤੇ 6ਵਾਂ ਮੈਂਬਰ ਜੋ ਕਿ ਬੱਚਿਆਂ ਦੀ ਨਾਨੀ ਹਸਪਤਾਲ ਦੇ ਵਿੱਚ ਭਰਤੀ ਸੀ, ਉਸਨੇ ਵੀ ਦਮ ਤੋੜ ਦਿੱਤਾ।
ਬਰੈਂਪਟਨ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੇ ਜਾਣ ਦਾ ਮਾਮਲਾ ਜੋ ਸਾਹਮਣੇ ਆਇਆ ਸੀ, ਉਸ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਉਸ ਪਰਿਵਾਰ ਦਾ ਇੱਕ 6ਵਾਂ ਮੈਂਬਰ ਜੋ ਕਿ ਬੱਚਿਆਂ ਦੀ ਨਾਨੀ ਸੀ, ਉਸਨੇ ਵੀ ਹੁਣ ਦਮ ਤੋੜ ਦਿੱਤਾ ਹੈ, ਜੋ ਕਿ ਹਸਪਤਾਲ ਵਿੱਚ ਭਰਤੀ ਸੀ, ਜਿਸ ਨੂੰ ਕਿ ਕਾਫੀ ਗੰਭੀਰ ਹਾਲਤ ਵਿੱਚ ਘਰ ਦੇ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਸੀ, ਪਰ ਉਸਨੇ ਹੁਣ ਹਸਪਤਾਲ 'ਚ ਦਮ ਤੋੜ ਦਿੱਤਾ ਹੈ, ਜਿਸ ਦੀ ਪਛਾਣ ਬੋਨੀ ਓਡੀਆ ਦੇ ਵਜੋਂ ਹੋਈ ਹੈ। ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਬੋਨੀ ਓਡੀਆ ਆਪਣੀ ਧੀ ਤੇ ਨਾਲ ਜਵਾਈ ਦੇ ਰਹਿੰਦੀ ਸੀ ਤੇ ਨਾਲ 3 ਬੱਚੇ ਰਹਿੰਦੇ ਸੀ, ਜਿਸ ਦੇ ਵਿੱਚ ਉਸ ਦੀ ਧੀ ਰੇਵਨ ਅਲੀਸ਼ਾ ਅਲੀ ਓਡੀਆ ਜਿਸ ਦੀ ਉਮਰ 29 ਸਾਲ ਸੀ, ਉਸ ਦਾ ਜਵਾਈ ਨਜ਼ੀਰ ਅਲੀ ਜਿਸ ਦੀ ਉਮਰ 28 ਸਾਲ ਸੀ ਤੇ ਉਹਨਾਂ ਦੇ 3 ਬੱਚੇ, ਜਿਨ੍ਹਾਂ ਵਿੱਚ ਇੱਕ 7 ਸਾਲਾ ਲੈਲਾ ਰੋਜ਼ ਅਲੀ ਓਡੀਆ, ਇੱਕ 8 ਸਾਲਾ ਜੇਡਨ ਪ੍ਰਿੰਸ ਅਲੀ ਓਡੀਆ ਤੇ ਇੱਕ 10 ਸਾਲਾ ਆਲਿਆ ਮੈਰੀਲਿਨ ਅਲੀ ਓਡੀਆ। ਇਹ ਸਾਰੇ ਪਰਿਵਾਰਕ ਮੈਂਬਰ ਸਨ, ਪਰ ਇਹਨਾਂ ਨੇ ਦਮ ਤੋੜ ਦਿੱਤਾ। ਇਹਨਾਂ 5 ਦੀ ਪਛਾਣ ਤੇ ਤਸਵੀਰਾਂ ਪਹਿਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ, ਪਰ ਇਹਨਾਂ ਬੱਚਿਆਂ ਦੀ ਨਾਨੀ ਨੇ ਵੀ ਹੁਣ ਦਮ ਤੋੜ ਦਿੱਤਾ ਹੈ। ਹਸਪਤਾਲ ਤੋਂ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਿਛਲੇ ਹਫਤੇ ਸੋਮਵਾਰ ਨੂੰ ਕੋਨਸਟੋਗਾ ਡਰਾਈਵ ਦੇ ਉੱਤੇ ਸਵੇਰ ਦਾ ਸਮਾਂ ਸੀ ਜਦੋਂ ਘਰ ਨੂੰ ਅੱਗ ਲੱਗ ਗਈ ਤੇ ਇਹਨਾਂ ਪਰਿਵਾਰਕ ਮੈਂਬਰਾਂ ਨੇ ਦਮ ਤੋੜ ਦਿੱਤਾ। ਅੱਗੇ ਜਾਣਕਾਰੀ ਕਿ ਕੈਲਗਰੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ 20 ਸਾਲ ਦੀ ਉਮਰ ਦੇ ਨੇੜੇ ਦਾ ਨੌਜਵਾਨ ਜਿਸ ਦੀ ਜਾਨ ਚਲੀ ਗਈ ਹੈ। ਕੈਲਗਰੀ ਦੇ ਉੱਤਰ ਪੱਛਮੀ ਖੇਤਰ ਵਿੱਚ ਬੁੱਧਵਾਰ ਦੀ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਇੱਕ ਜਣੇ ਦੀ ਜਾਨ ਚਲੀ ਗਈ ਹੈ ਤੇ ਇੱਕ ਜ਼ਖਮੀ ਹੈ। ਐਮਰਜੈਂਸੀ ਟੀਮ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਤ ਦੇ 10 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਕਿ ਇੱਕ ਖੰਭੇ ਨਾਲ ਵਾਹਨ ਟਕਰਾਇਆ ਹੈ, ਜਿੱਥੇ ਕਿ ਸੱਜੇ ਪਾਸੇ ਮੁੜਨਾ ਸੀ, ਪਰ ਡਿਵਾਈਡਰ ਦੇ ਨਾਲ ਜਾ ਕੇ ਗੱਡੀ ਟਕਰਾ ਗਈ, ਜਿਸ ਤੋਂ ਬਾਅਦ ਗੱਡੀ ਪਲਟ ਗਈ ਤੇ ਇਹ ਹਾਦਸਾ ਕਾਫੀ ਗੰਭੀਰ ਸੀ, ਜਿਸ ਦੇ ਵਿੱਚ ਡਰਾਈਵਰ ਜਿਸ ਦੀ ਉਮਰ ਕਰੀਬ 20 ਸਾਲ ਦੇ ਨੇੜੇ ਸੀ, ਉਸ ਨੂੰ ਮੌਕੇ ਦੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਉਸ ਦੇ ਨਾਲ ਇੱਕ 20 ਸਾਲ ਦੀ ਉਮਰ ਦੇ ਨੇੜੇ ਦੀ ਹੀ ਲੜਕੀ ਮੌਜੂਦ ਸੀ, ਜਿਸ ਨੂੰ ਕਿ ਗੱਡੀ ਦੇ ਵਿੱਚੋਂ ਕੱਢਿਆ ਗਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਉਸ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਦਾ ਮੰਨਣਾ ਹੈ ਕਿ ਤੇਜ਼ ਰਫ਼ਤਾਰ ਤੇ ਸ਼ਰਾਬ ਇਹ ਹੋ ਸਕਦੇ ਨੇ ਕਾਰਨ ਇਸ ਹਾਦਸੇ ਦੇ, ਪਰ ਇਸ ਦੇ ਉੱਤੇ ਹਜੇ ਜਾਂਚ ਕੀਤੀ ਜਾ ਰਹੀ ਹੈ। ਪਰ ਉਹਨਾਂ ਦੇ ਵੱਲੋਂ ਸ਼ੱਕ ਜ਼ਰੂਰ ਜਤਾਇਆ ਗਿਆ ਹੈ ਕਿ ਇਹ 2 ਕਾਰਨ ਹੋ ਸਕਦੇ ਨੇ ਜਿਸ ਕਰਕੇ ਇਹ ਹਾਦਸਾ ਵਾਪਰਿਆ ਕਿ ਗੱਡੀ ਬੇਕਾਬੂ ਹੋ ਗਈ। ਕੈਨੇਡਾ ਭਰ ਵਿੱਚ ਗ੍ਰੈਂਡ ਪੇਰੈਂਟ ਸਕੈਮ ਦੇ ਮਾਮਲੇ ਬਹੁਤ ਜ਼ਿਆਦਾ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਬਜ਼ੁਰਗਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਮੂਰਖ ਬਣਾ ਕੇ ਉਹਨਾਂ ਨੂੰ ਲੁੱਟ ਲਿਆ ਜਾਂਦਾ ਹੈ। ਤਾਂ ਕੁਝ ਇਸੇ ਤਰ੍ਹਾਂ ਦਾ ਟੋਰਾਂਟੋ ਵਿੱਚ ਵੀ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਇਸ ਦੇ ਬਾਰੇ ਪਹਿਲਾਂ ਦੱਸਦੇ ਹਾਂ। ਟੋਰਾਂਟੋ ਤੋਂ ਇੱਕ ਮਾਮਲਾ ਹੁਣ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਬਜ਼ੁਰਗ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ। ਦਰਅਸਲ ਕੈਨੇਡਾ ਭਰ ਵਿੱਚ ਵੱਖੋ-ਵੱਖਰੀਆਂ ਥਾਵਾਂ ਤੋਂ ਗ੍ਰੈਂਡ ਪੇਰੈਂਟ ਸਕੈਮ ਦੇ ਮਾਮਲੇ ਕਾਫੀ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਬਜ਼ੁਰਗਾਂ ਨੂੰ ਮੂਰਖ ਬਣਾ ਕੇ ਉਹਨਾਂ ਤੋਂ ਪੈਸੇ ਲੁੱਟੇ ਜਾਂਦੇ ਨੇ, ਉਹਨਾਂ ਨੂੰ ਇਹ ਕਹਿੰਦੇ ਹੋਏ ਕਿ ਉਹਨਾਂ ਦੇ ਬੱਚੇ ਮੁਸੀਬਤ ਵਿੱਚ ਨੇ, ਜਿਨ੍ਹਾਂ ਨੂੰ ਛੁਡਵਾਉਣ ਦੇ ਵਾਸਤੇ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਤੇ ਬਜ਼ੁਰਗ ਭਰੋਸਾ ਕਰਦੇ ਹੋਏ ਉਹ ਪੈਸੇ ਦੇ ਦਿੰਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਸਕੈਮ ਦੇ ਸ਼ਿਕਾਰ ਹੋ ਚੁੱਕੇ ਨੇ। ਤੇ ਕੁਝ ਅਜਿਹਾ ਹੀ ਮਾਮਲਾ ਮਾਰਚ 28 ਨੂੰ ਸਾਹਮਣੇ ਆਇਆ ਸੀ, ਜਦੋਂ ਇੱਕ 83 ਸਾਲ ਦੀ ਔਰਤ ਨੂੰ ਕਿਸੇ ਵਿਅਕਤੀ ਨੇ ਫੋਨ ਕੀਤਾ ਤੇ ਕਿਹਾ ਕਿ ਉਸ ਔਰਤ ਦਾ ਬੇਟਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤੇ ਉਸ ਕਰਕੇ ਉਹ ਹਾਦਸਾ ਹੋਇਆ, ਜਿਸ ਦੇ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਫੜ ਲਿਆ ਹੈ ਤੇ ਜੇਕਰ ਉਸਨੇ ਆਪਣੇ ਪੁੱਤਰ ਦੀ ਜ਼ਮਾਨਤ ਕਰਵਾਉਣੀ ਹੈ ਤਾਂ $9500 ਜ਼ਮਾਨਤ ਵਾਸਤੇ ਦੇਣੇ ਪੈਣਗੇ। ਜਿਸ ਤੋਂ ਬਾਅਦ ਉਹ 83 ਸਾਲ ਦੀ ਔਰਤ ਬੈਂਕ ਦੇ ਵਿੱਚੋਂ ਕੈਸ਼ ਕਢਵਾਉਂਦੀ ਹੈ ਤੇ ਉਸ ਨੂੰ ਇੱਕ ਵਿਅਕਤੀ ਮਿਲਣ ਆਉਂਦਾ ਹੈ, ਜਿਸ ਨੂੰ ਕਿ ਉਹ $9500 ਦੇ ਦਿੰਦੀ ਹੈ। ਜਿਸ ਤੋਂ ਬਾਅਦ ਉਸ ਨੂੰ ਉਸ ਵਿਅਕਤੀ ਵੱਲੋਂ ਜੋ ਪੈਸੇ ਲੈਣ ਆਇਆ ਸੀ ਦੱਸਿਆ ਜਾਂਦਾ ਹੈ ਕਿ ਕੁਝ ਦੇਰ ਬਾਅਦ ਉਸ ਦਾ ਪੁੱਤਰ ਘਰ ਆ ਜਾਵੇਗਾ, ਉਸ ਦੀ ਜ਼ਮਾਨਤ ਹੋ ਜਾਵੇਗੀ। ਕਾਫੀ ਦੇਰ ਉਡੀਕਣ ਤੋਂ ਬਾਅਦ ਜਦੋਂ ਆਪਣੇ ਪੁੱਤਰ ਨੂੰ ਫੋਨ ਕਰਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਧੋਖਾਧੜੀ ਦੀ ਸ਼ਿਕਾਰ ਹੋ ਚੁੱਕੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਤੇ ਸੀਸੀਟੀਵੀ ਫੁਟੇਜ ਦੇ ਰਾਹੀਂ ਉਸ ਵਿਅਕਤੀ ਨੂੰ ਵੀ ਲੱਭ ਲਿਆ ਗਿਆ ਜੋ ਉਸ ਔਰਤ ਤੋਂ ਪੈਸੇ ਫੜਨ ਦੇ ਵਾਸਤੇ ਆਇਆ ਸੀ, ਜਿਸ ਦੀ ਪਛਾਣ 20 ਸਾਲ ਦੇ ਨੌਜਵਾਨ ਵਜੋਂ ਹੋਈ ਹੈ, ਜੋ ਕਿ ਟੋਰਾਂਟੋ ਦਾ ਹੀ ਰਹਿਣ ਵਾਲਾ ਹੈ। ਉਸ ਦਾ ਨਾਮ ਜਹਿਮਾਲ ਰੂਬਿਨ ਮਾਈਕਲ ਹਰਬਰਟ ਹੈ, ਜਿਸ ਦੀ ਕਿ 5 ਅਪ੍ਰੈਲ ਨੂੰ ਗ੍ਰਿਫਤਾਰੀ ਵੀ ਹੋਈ ਹੈ, ਜਿਸ ਦੇ ਉੱਤੇ ਫਰਾਡ ਦੇ ਮਾਮਲੇ ਦਰਜ ਹੋਏ ਨੇ ਤੇ ਇਸ ਦੌਰਾਨ ਹਜੇ ਅਦਾਲਤ ਵਿੱਚ ਇਹ ਮਾਮਲਾ ਸਾਬਤ ਨਹੀਂ ਹੋਇਆ ਤੇ ਇਹ ਮਾਮਲਾ ਹਜੇ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਿਵੇਂ ਉਹ ਜਾਂਚ ਕਰ ਰਹੇ ਨੇ ਤਾਂ ਇਸ ਦੇ ਬਾਰੇ ਕਿਸੇ ਹੋਰ ਨੂੰ ਕੁਝ ਪਤਾ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਜਿਵੇਂ ਕਿ ਇਸ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇਸ ਦੇ ਨਾਲ ਹੀ ਜੋ ਬਜ਼ੁਰਗ ਨੇ ਉਹਨਾਂ ਨੂੰ ਬਾਰ-ਬਾਰ ਸਾਵਧਾਨ ਕੀਤਾ ਜਾਂਦਾ ਹੈ ਕਿ ਤੁਸੀਂ
ਕਿਸੇ ਦੀਆਂ ਵੀ ਕੁਝ ਅਜਿਹੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਕਿ ਉਹਨਾਂ ਦੇ ਬੱਚੇ ਖਤਰੇ ਵਿੱਚ ਨੇ, ਕਿ ਜੇਕਰ ਅਜਿਹਾ ਕਿਸੇ ਦੇ ਵੱਲੋਂ ਕਿਹਾ ਵੀ ਜਾਂਦਾ ਹੈ ਤਾਂ ਤੁਰੰਤ ਆਪਣੇ ਬੱਚਿਆਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਤਾਂ ਕਿ ਕੋਈ ਮੂਰਖ ਬਣਾ ਕੇ ਕੁਝ ਇਸ ਤਰ੍ਹਾਂ ਪੈਸੇ ਨਾ ਲੁੱਟ ਸਕੇ। ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਨਨਾਈਮੋ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦਿਨ ਦਿਹਾੜੇ ਇੱਕ ਵਿਅਕਤੀ ਘਰ ਦੇ ਵਿੱਚ ਚਲਿਆ ਗਿਆ ਤੇ ਉਸਨੇ ਲੁੱਟ ਨੂੰ ਅੰਜਾਮ ਦਿੱਤਾ। ਨਨਾਈਮੋ ਵਿੱਚ ਇੱਕ ਘਰ ਅੰਦਰ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨਨਾਈਮੋ ਦੇ ਉੱਤਰੀ ਖੇਤਰ ਵਿੱਚ ਮਾਰਚ 14, 2022 ਨੂੰ ਸੋਮਵਾਰ ਦੇ ਦਿਨ ਦੁਪਹਿਰ ਨੂੰ 3 ਵਜੇ ਤੋਂ ਪਹਿਲਾਂ ਦਾ ਸਮਾਂ ਸੀ ਜਦੋਂ ਇੱਕ ਵਿਅਕਤੀ ਇੱਕ ਘਰ ਦੇ ਵਿੱਚ ਗਿਆ ਜਿੱਥੇ ਕਿ ਉਸਨੇ ਘਰ 'ਚ ਮੌਜੂਦ 2 ਨਾਬਾਲਗ ਬੱਚੀਆਂ ਦੇ ਉੱਤੇ ਬੀਅਰ ਸਪਰੇਅ ਕੀਤੀ ਤੇ ਕਈ ਚੀਜ਼ਾਂ ਘਰ ਦੀਆਂ ਚੁੱਕ ਕੇ ਉੱਥੇ ਤੋਂ ਚਲਿਆ ਗਿਆ, ਜਿਸ ਤੋਂ ਬਾਅਦ ਘਰ ਵਿੱਚ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਸਦਮੇ ਵਿੱਚ ਨੇ। ਨਨਾਈਮੋ RCMP ਨੇ ਅਪ੍ਰੈਲ 7 ਨੂੰ ਇੱਕ ਗੱਡੀ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਬਾਰੇ ਦੱਸਿਆ ਗਿਆ ਕਿ ਗੂੜੇ ਬੈਂਗਣੀ ਜਾਂ ਭੂਰੇ ਰੰਗ ਦੀ 2000 ਮਾਡਲ ਇਹ ਗੱਡੀ ਹੈ ਐਕਿਊਰਾ, ਜੋ ਕਿ 1.6 EL ਸੈਡਾਨ ਹੈ ਜਿਸ ਦੇ ਅੱਗੇ ਖੱਬੇ ਪਾਸੇ ਵਾਲਾ ਸਿਗਨਲ ਵੀ ਨਿਕਲਿਆ ਹੋਇਆ ਹੈ। ਜਦੋਂ ਇਹ ਮਾਮਲਾ ਵਾਪਰਿਆ ਉਸ ਸਮੇਂ ਉਸ ਖੇਤਰ ਦੇ ਵਿੱਚੋਂ ਇਹ ਗੱਡੀ ਜਿਵੇਂ ਨਿਕਲੀ ਹੈ, ਜਿਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। 250 754 2345 ਦੇ ਉੱਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਸਿਰਫ ਵਾਹਨ ਹੀ ਨਹੀਂ ਸਗੋਂ ਘਰ ਦੇ ਵਿੱਚੋਂ ਚੋਰੀ ਹੋਏ ਸਮਾਨ ਦੇ ਬਾਰੇ ਵੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਅੱਗੇ ਇੱਕ ਛੋਟੀ ਜਾਣਕਾਰੀ ਹੈ ਜੋ ਕਿ ਭਾਰਤ ਵਿੱਚ ਸਟੂਡੈਂਟ ਨੇ ਉਹਨਾਂ ਵਾਸਤੇ ਕੈਨੇਡਾ ਹਾਈ ਕਮਿਸ਼ਨ ਨੇ ਸਾਂਝੀ ਕੀਤੀ ਹੈ ਕਿ ਮੰਗਲਵਾਰ ਅਪ੍ਰੈਲ 12 ਦੇ ਦਿਨ ਇੱਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਟੂਡੈਂਟਸ ਵਾਸਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਜਿਹੜੇ ਵੀ ਵਿਦਿਆਰਥੀ ਇਸ ਦੇ ਵਿੱਚ ਭਾਗ ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ, ਜਿਸ ਦੇ ਲਈ ਸਮਾਂ ਇਹ ਦੱਸਿਆ ਗਿਆ ਕਿ ਦੁਪਹਿਰ ਨੂੰ ਤੇ ਸ਼ਾਮ ਦੇ 5 ਵਜੇ। ਜੇਕਰ ਕਿਸੇ ਨੇ ਇਸ ਦੇ ਵਿੱਚ ਭਾਗ ਲੈਣਾ ਹੋਵੇ ਤਾਂ ਕੈਨੇਡਾ ਹਾਈ ਕਮਿਸ਼ਨ ਹੈ ਜੋ ਭਾਰਤ ਵਿੱਚ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਲਿੰਕ ਦੇਖੇ ਜਾ ਸਕਦੇ ਨੇ ਤੇ ਇਸ ਵੈਬੀਨਾਰ 'ਚ ਭਾਗ ਲਿਆ ਜਾ ਸਕਦਾ ਹੈ। ਅੱਗੇ ਤੁਹਾਨੂੰ ਦੱਸਾਂਗੇ ਕਿ ਜੋ ਸਿੱਖ ਵਿਰਾਸਤ ਮਹੀਨੇ ਵਜੋਂ ਅਪ੍ਰੈਲ ਮਹੀਨੇ ਨੂੰ ਮਨਾਇਆ ਜਾ ਰਿਹਾ ਹੈ ਤਾਂ ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕੀ ਬਿਆਨ ਜਾਰੀ ਕੀਤਾ ਹੈ। ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਅਪ੍ਰੈਲ ਮਹੀਨੇ ਨੂੰ ਮਨਾਇਆ ਜਾਂਦਾ ਹੈ, ਯਾਨੀ ਕਿ ਸਿੱਖ ਵਿਰਾਸਤ ਨੂੰ ਸਮਰਪਿਤ ਇਹ ਮਹੀਨਾ ਹੈ ਜਿਸ ਵਾਸਤੇ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ ਸਿੱਖ ਭਾਈਚਾਰੇ ਦੇ ਵਾਸਤੇ ਆਪੋ ਆਪਣੇ ਪੱਧਰ ਦੇ ਉੱਤੇ ਬਿਆਨ ਵੀ ਜਾਰੀ ਕੀਤੇ ਜਾਂਦੇ ਨੇ। ਤਾਂ ਕੁਝ ਇਸੇ ਤਰ੍ਹਾਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਸਿੱਖੀ ਸਿਧਾਂਤਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਸਿੱਖ ਭਾਈਚਾਰੇ ਦੇ ਵੱਲੋਂ ਓਨਟਾਰੀਓ ਸੂਬੇ ਵਿੱਚ ਪਾਏ ਜਾਂਦੇ ਯੋਗਦਾਨ ਦੇ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਓਨਟਾਰੀਓ ਵਾਸੀਆਂ ਨੂੰ ਕਿਹਾ ਕਿ ਉਹ ਇਸ ਮਹੀਨੇ ਕੁਝ ਸਮਾਂ ਜ਼ਰੂਰ ਕੱਢਣ ਤਾਂ ਕਿ ਸਿੱਖ ਭਾਈਚਾਰੇ ਦੀ ਵਿਰਾਸਤ ਤੇ ਨਾਲ ਹੀ ਜੋ ਉਹਨਾਂ ਦੇ ਸਿਧਾਂਤ ਨੇ ਉਸ ਦੇ ਬਾਰੇ ਜਾਣਿਆ ਜਾ ਸਕੇ ਹੋਰ ਜ਼ਿਆਦਾ, ਜਿਸ ਦੇ ਵਿੱਚ ਉਹਨਾਂ ਨੇ ਸੇਵਾ ਦਾ ਵੀ ਜ਼ਿਕਰ ਕੀਤਾ ਕਿ ਇਸ ਦੇ ਬਾਰੇ ਵੀ ਜਾਣਿਆ ਜਾਵੇ ਕਿ ਸਿੱਖ ਭਾਈਚਾਰੇ ਦੇ ਵੱਲੋਂ ਕਿਸ ਤਰ੍ਹਾਂ ਸੇਵਾ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇਸ ਮੌਕੇ ਸਿੱਖ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਉਹਨਾਂ ਦੇ ਯੋਗਦਾਨ ਦੇ ਵਾਸਤੇ। Happy Sikh Heritage Month. For over a century, Sikhs in Ontario have made a tremendous impact on the success and prosperity of our province. Today and every day throughout April, we recognize Ontario's legacy of multiculturalism and honor and celebrate the significant contributions of our Sikh community. They have been on the front lines throughout the pandemic, stepping up to lead their community through difficult times and serving the most vulnerable. I encourage all Ontarians to take some time this month to learn more about the Sikh faith, including the Sikh principle of Seva. And once again, happy Sikh Heritage Month.